ਕੀ ਤੁਸੀਂ ਜਾਣਦੇ ਹੋ ਮੋਟਾਪਾ ਕਿੰਨੀਆਂ ਹੋਰ ਬਿਮਾਰੀਆਂ ਦਾ ਕਾਰਨ ਹੈ? ਜਾਣਨ ਲਈ ਅੱਜ ਪੰਜਾਬ ਦੇ ਸਭ ਤੋਂ ਵੱਡੇ weight loss ਸੈਂਟਰ ਦੇ ਡਾਇਰੈਕਟਰ ਡਾਕਟਰ ਅਮਿਤ ਸੂਦ ਨਾਲ ਦੇਖੋ ਮੋਟਾਪੇ ਨਾਲ ਜੁੜੀਆਂ ਗੱਲਾਂ। ਜ਼ੀ ਪੰਜਾਬੀ ਤੇ ਹਰ ਐਤਵਾਰ ਦੁਪਹਿਰ 12:30 ਵਜੇ। ਜਿਸ ਤਰ੍ਹਾਂ ਕਈ ਬਿਮਾਰੀਆਂ ਪਹਿਲਾਂ ਟਿਊਬਰਕਲੋਸਿਸ, ਸਮਾਲ ਪੌਕਸ ਇਰੈਡੀਕੇਟ ਹੋਈਆਂ, ਹੁਣ ਅੱਜ ਦੇ ਦੌਰ ਦੇ ਵਿੱਚ ਮੋਟਾਪਾ ਵੀ ਇੱਕ ਨਵੀਂ ਬਿਮਾਰੀ ਇਮਰਜ ਹੋ ਰਹੀ ਹੈ। ਆਪਾਂ ਕੁਦਰਤ ਛੇੜਤੀ, ਕੁਦਰਤ ਨੇ ਸਾਨੂੰ ਛੇੜਤਾ, ਉਹਦੇ ਕਾਰਨ ਹੀ ਇਹ ਮੋਟਾਪਾ ਤੇ ਬਿਮਾਰੀਆਂ ਆ ਗਈਆਂ, ਜਿਹੜਾ ਆਪਣੇ ਆਪ 'ਚ ਇੱਕ ਗਲੋਬਲ ਪੈਂਡੇਮਿਕ ਹੁਣ ਬਣ ਚੁੱਕਾ ਹੈ। ਜਦੋਂ ਸਾਰੇ ਲੋਕਲ ਨੁਸਖੇ ਫੇਲ ਹੋ ਜਾਣ ਤਾਂ ਆਈ ਥਿੰਕ ਦੈਨ ਵੀ ਹੈਵ ਦਿਸ weight loss ਜਿਹੜੀ ਸਰਜਰੀਜ਼ ਹੁਣ ਆ ਗਈਆਂ, ਦੇ ਆਰ ਦਾ ਫਾਈਨਲ ਬ੍ਰਹਮਾਸਤਰ। 2 ਦਿਨਾਂ 'ਚ ਕੋਈ weight ਨਹੀਂ ਘਟਦਾ। ਹਾਂ, ਇੱਕ ਚੀਜ਼ ਜ਼ਰੂਰ ਹੈ, 2 ਦਿਨਾਂ 'ਚ ਮੋਟੀਵੇਸ਼ਨ ਆ ਸਕਦੀ ਹੈ 200% ਕਿ ਮੈਂ weight ਘਟਾ ਕੇ ਹੀ ਹਟਣਾ ਹੈ, ਬਾਈ ਦਿਸ ਵੇ ਔਰ ਦੈਟ ਵੇ। ਸਰਜਰੀਜ਼ ਹੈਵ ਬਿਕਮ ਵੈਰੀ ਐਡਵਾਂਸਡ ਐਂਡ ਐਡਵਾਂਸਮੈਂਟ ਦੇ ਨਾਲ ਰਿਸਕ ਫੈਕਟਰਸ ਬਹੁਤ ਘਟ ਗਏ ਹੈ ਕਿ ਜਿਹਦੇ 'ਚ ਦੇ ਆਰ ਓਰੀਐਂਟਡ ਫॉर ਪੇਸ਼ੈਂਟ ਸੇਫਟੀ ਆਊਟਕਮਸ ਕਿ ਵੀ ਕੁਇਕ ਰਿਕਵਰੀ, ਨੋ ਪੇਨ। weight ਕਿਤੇ ਨਾ ਕਿਤੇ ਹਰ ਪਾਸੋਂ ਇਫੈਕਟ ਕਰਦਾ ਹੈ, not the ਬਿਮਾਰੀਆਂ but mental and physical well-being also। ਹੁਣ ਜਦੋਂ ਓਵਰਵੇਟ ਪੇਸ਼ੈਂਟ ਇੱਕ ਡਾਇਬਟੋਲੋਜਿਸਟ ਕੋਲ ਜਾਂ ਕਾਰਡੀਓਲੋਜਿਸਟ ਕੋਲ ਜਾਏਗਾ, 5 ਸੈਕਿੰਡ ਲੱਗਦੇ ਹੈ ਇੱਕ ਦਵਾਈ ਲਿਖਣ ਨੂੰ, ਪਰ ਡਾਕਟਰ ਨੂੰ ਘੱਟੋ ਘੱਟ 15 ਮਿੰਟ ਲੱਗਣਗੇ ਇੱਕ ਪੇਸ਼ੈਂਟ ਨੂੰ ਮੋਟੀਵੇਟ ਕਰਨ ਨੂੰ। ਆਪਣੀ ਲਾਈਫ ਨੂੰ ਇੱਕ ਇੰਪੋਰਟੈਂਸ ਦਿਓ, ਆਪਣੀ ਬਿਮਾਰੀਆਂ ਨੂੰ ਕਿਸ ਤਰ੍ਹਾਂ ਅਸੀਂ ਘਟਾ ਸਕਦੇ ਹਾਂ, ਰਾਦਰ ਦੈਨ ਕਿ ਦਵਾਈਆਂ ਸਾਰੀ ਉਮਰ ਖਾਣ ਤੋਂ ਬਗੈਰ ਜੇ ਅਸੀਂ ਕੋਈ ਟ੍ਰੀਟਮੈਂਟ ਕਰਕੇ ਬਿਮਾਰੀਆਂ ਹੀ ਜੜ ਤੋਂ ਘਟਾ ਸਕਦੇ ਹਾਂ ਤੇ weight ਕੰਟਰੋਲ ਕਰ ਸਕਦੇ ਹਾਂ। ਆਈ ਥਿੰਕ ਵੀ ਸ਼ੁੱਡ ਥਿੰਕ ਅਬਾਊਟ ਇਟ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੇ ਵਿੱਚ ਨੇ ਡਾਕਟਰ ਅਮਿਤ ਸੂਦ ਜੀ, ਜੋ ਕਿ ਕਾਸਮਿਕ ਹੈਲਥ ਸਿਟੀ ਦੇ ਡਾਇਰੈਕਟਰ ਨੇ। ਕਾਸਮਿਕ ਹੈਲਥ ਸਿਟੀ ਪੰਜਾਬ ਦਾ ਸਭ ਤੋਂ ਵੱਡਾ ਐਡਵਾਂਸਡ ਲੇਜ਼ਰ ਐਂਡ ਰੋਬੋਟਿਕ ਸੈਂਟਰ ਹੈ। ਕਈ ਸੈਲੀਬ੍ਰਿਟੀਜ਼, ਪੋਲੀਟੀਸ਼ੀਅਨਸ ਔਰ ਹਜ਼ਾਰਾਂ ਲੋਕਾਂ ਦੇ weight loss ਟ੍ਰੀਟਮੈਂਟਸ ਕਰਨ ਤੋਂ ਬਾਅਦ USA ਟੂ ਬੰਬੇ ਟੂ ਪੰਜਾਬ, ਮੋਗਾ ਵਿੱਚ ਇਹਨਾਂ ਨੇ ਆਪਣਾ ਮੇਨ ਸੈਂਟਰ ਕਾਸਮਿਕ ਹੈਲਥ ਸਿਟੀ ਖੋਲ੍ਹ ਲਿਆ ਹੈ ਤੇ ਨਾਲ ਹੀ ਕਈ weight loss ਟ੍ਰੀਟਮੈਂਟਸ ਦੀ ਸਕਸੈਸਫੁਲ ਟ੍ਰੀਟਮੈਂਟਸ ਕੀਤੇ ਨੇ। ਸੋ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ weight loss ਟ੍ਰੀਟਮੈਂਟਸ ਬਾਰੇ ਤੇ ਇਹਨਾਂ ਨਾਲ ਸੰਬੰਧਿਤ ਜੁੜੀ ਹੋਰ ਕਈ ਜਾਣਕਾਰੀ ਬਾਰੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਆਲ ਐਂਡ ਤੁਸੀਂ ਟਾਈਮ ਕੱਢਿਆ ਇਹ ਇੰਪੋਰਟੈਂਟ ਮੈਸੇਜ ਸਾਰੇ ਵਿਊਅਰਸ ਨੂੰ ਪਹੁੰਚਾਉਣ ਲਈ। ਸੋ ਮੇਰੀ ਕੋਸ਼ਿਸ਼ ਰਹੇਗੀ ਇਸ ਇੰਟਰਵਿਊ ਦੇ ਵਿੱਚ ਕਿ ਮੈਂ ਮੈਕਸਿਮਮ ਟੂ ਮੈਕਸਿਮਮ ਨੌਲੇਜ ਜਿਹੜੀ ਹੈ ਤੁਹਾਡੇ ਥਰੂ, ਇਸ ਪ੍ਰੋਗਰਾਮ ਦੇ ਥਰੂ ਲੋਕਾਂ ਨੂੰ ਦਈਏ ਤੇ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੇ ਕਿ ਬਈ ਹੈਲਥ ਆਪਣੇ ਹੱਥਾਂ 'ਚ ਹੈ ਤੇ ਆਪਾਂ ਜੇ ਚਾਹੀਏ ਕਿ ਆਪਾਂ ਹੈਲਦੀ ਲਾਈਫ ਸਟਾਈਲ ਨੂੰ ਅਪਣਾ ਕੇ ਚੰਗੀ ਜ਼ਿੰਦਗੀ ਜੀ ਸਕਦੇ ਹਾਂ। ਬਿਲਕੁਲ। ਔਰ ਡਾਕਟਰ ਜੇ ਆਪਾਂ ਗੱਲ ਕਰੀਏ ਬਿਲਕੁਲ ਸ਼ੁਰੂਆਤੀ ਤੌਰ ਤੇ ਗੱਲ ਕਰਦੇ ਹਾਂ, ਇਹ ਜਿਹੜੀ ਪ੍ਰੋਬਲਮ ਹੈ ਮੋਟਾਪਾ, ਮੈਨੂੰ ਲੱਗਦਾ ਹੈ ਅੱਜ ਦੀ ਡੇਟ ਵਿੱਚ ਇਹ ਟ੍ਰੈਂਡ ਹੋ ਚੁੱਕੀ ਹੈ ਇੱਕਦਮ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਮੇਜਰ ਕਾਰਨ ਕੀ ਨੇ ਇੱਕਦਮ ਹੀ ਇਸ ਚੀਜ਼ ਦਾ ਟ੍ਰੈਂਡ ਚੱਲਣ ਲਈ? ਬੇਸਿਕਲੀ ਮੋਟਾਪੇ ਦੇ ਜਿਹੜੇ ਰੀਜ਼ਨਸ ਹੈ ਉਹ ਇੱਕ ਤਾਂ ਸਾਡਾ ਜਿਹੜਾ ਲਾਈਫ ਸਟਾਈਲ ਹੈ, ਸੈਡੈਂਟਰੀ ਲਾਈਫ ਸਟਾਈਲ ਹੈ, ਪਲੱਸ ਅੱਜ ਦੀ ਡੇਟ 'ਚ ਜੇ ਅਸੀਂ ਕਹੀਏ ਕਿ ਐਕਸਰਸਾਈਜ਼ ਦਾ ਟਾਈਮ ਬੜਾ ਘੱਟ ਹੈ। ਆਪਣਾ ਡਿਵੈਲਪਮੈਂਟ ਇੰਨੀ ਹੋ ਰਹੀ ਹੈ, ਮਾਲਸ, ਕਾਰ ਪਾਰਕਸ ਖਤਮ ਹੋ ਰਹੇ ਹੈ, ਸਕੂਲਸ ਦੇ ਵਿੱਚ ਵੀ ਐਕਟੀਵਿਟੀਜ਼ ਹੈ ਦੇ ਆਰ ਮੋਰ ਡਿਜੀਟਲੀ ਪਲੈਨਡ ਨਾਓ, ਪਲੱਸ ਸਪੋਰਟਸ 'ਤੇ ਟਾਈਮ ਘੱਟ ਦਿੱਤਾ ਜਾਂਦਾ ਹੈ। ਸੈਕੰਡਲੀ ਜੇ ਮੈਂ ਕਰਾਂ ਮੋਟਾਪੇ ਦੀ ਗੱਲ, ਤੇ ਜਿਹੜਾ weight ਹੈ ਉਹ ਬਚਪਨ ਤੋਂ ਹੀ ਬੱਚਿਆਂ 'ਚ ਦੇਖਿਆ ਜਾਂਦਾ ਹੈ, ਬਿਕੋਜ਼ ਜਿਹੜੇ ਪੇਰੈਂਟਸ ਵੀ ਹੈ ਉਹ ਕੀ ਐਕਚੁਅਲੀ ਆਪਣੇ ਬੱਚਿਆਂ ਨਾਲ ਖੇਡਣ ਦਾ ਟਾਈਮ ਕੱਢਦੇ ਨੇ। ਜੇ ਉਹ ਖੇਡਣਗੇ ਬੱਚਿਆਂ ਨਾਲ, ਬੱਚਿਆਂ ਨੂੰ ਇੱਕ ਚੰਗੀ ਆਦਤ ਪਾਉਣਗੇ ਕਿ ਫਿਜ਼ੀਕਲ ਐਕਟੀਵਿਟੀ ਇਜ਼ ਇੰਪੋਰਟੈਂਟ। ਸੋ ਕਿਤੇ ਨਾ ਕਿਤੇ ਇਟ ਸਟਾਰਟਸ ਫਰੋਮ ਵੈਰੀ ਅਰਲੀ ਇਨ ਚਾਈਲਡਹੁੱਡ ਜਿਹੜਾ ਮੋਟਾਪੇ ਦੀ ਪ੍ਰੋਬਲਮ ਹੈ। ਸੋ ਪਲੱਸ ਸਾਡਾ ਖਾਣਾ ਪੀਣਾ, ਈਜ਼ੀ ਐਕਸੈਸ ਟੂ ਫਾਸਟ ਫੂਡ। ਹੁਣ ਘਰੇ ਬਣਾਉਣ ਨੂੰ ਲੱਗਦਾ ਘੰਟਾ ਤੇ ਜ਼ੋਮੈਟੋ ਲਿਆਉਂਦਾ 20 ਮਿੰਟਾਂ 'ਚ ਖਾਣਾ। ਸੋ ਆਈ ਥਿੰਕ that's another reason। ਪਲੱਸ ਯੈਸ, ਓਵਰ ਟਾਈਮ ਜਿਸ ਤਰ੍ਹਾਂ ਕਈ ਬਿਮਾਰੀਆਂ ਪਹਿਲਾਂ ਟਿਊਬਰਕਲੋਸਿਸ, ਸਮਾਲ ਪੌਕਸ ਇਰੈਡੀਕੇਟ ਹੋਈਆਂ, ਹੁਣ ਅੱਜ ਦੇ ਦੌਰ ਦੇ ਵਿੱਚ ਮੋਟਾਪਾ ਵੀ ਇੱਕ ਨਵੀਂ ਬਿਮਾਰੀ ਇਮਰਜ ਹੋ ਰਹੀ ਹੈ। ਸੋ ਇਹ ਸਭ ਰੀਜ਼ਨਸ ਹੈਗੇ ਹੈ। ਬਦਲਦਾ এনवायरमेंट, ਸਾਡਾ ਲਾਈਫ ਸਟਾਈਲ, ਸਾਡਾ ਫੂਡ ਹੈਬਿਟ, ਸਾਡਾ ਈਟਿੰਗ ਪੈਟਰਨ, ਪਲੱਸ ਕੰਪੀਟੀਸ਼ਨ ਜਿਹਦੇ 'ਚ ਅਸੀਂ ਆਪਣੇ ਆਪ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ। ਅਸੀਂ ਹਰ ਰੋਜ਼ ਉੱਠਦੇ ਹਾਂ ਇੱਕ ਚੈਲੰਜ ਨੂੰ ਲੈ ਕੇ ਕਿ ਅੱਜ ਸਾਡਾ ਇਹ ਟਾਰਗੇਟ ਹੈ। ਹੈਲਥ अपने आप ही इग्नोर होती चली जा रही है, पिछे होती चली जा रही है। ये सब रीजंस है मोटापा होने दे।
ਔਰ ਮੈਨੂੰ ਲੱਗਦਾ ਹੈ ਜਾਨ ਹੈ तो ਜਹਾਨ ਹੈ ਹਾਂਜੀ, ਨਾ ਬਿਲਕੁਲ। ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਐਡਰੈਸ ਕਰਨਾ। ਅੱਛਾ, ਅਕਸਰ ਕਿਹਾ ਜਾਂਦਾ ਹੈ ਕੁਦਰਤ ਦੀ ਦਿੱਤੀ ਹੋਈ ਚੀਜ਼ ਨਾਲ ਜਦ ਆਪਾਂ ਕੋਈ ਵੀ ਛੇੜਛਾੜ ਕਰਦੇ ਹਾਂ ਹੈ ਨਾ ਤਾਂ ਦ ਨੇਚਰ ਫਾਈਟਸ ਬੈਕ। ਯੈਸ। ਸੋ ਜਿਹੋ ਜਿਹਾ ਆਪਣਾ ਸਰੀਰ ਹੈ, ਜਿਹੋ ਜਿਹਾ ਆਪਣਾ ਰੱਬ ਨੇ ਬਖਸ਼ਿਆ ਹੈ ਨਾ, ਬਿਲਕੁਲ। ਸੋ ਉਸ ਨਾਲ ਛੇੜਛਾੜ ਕਰਨਾ, ਮੋਟਾਪੇ ਦਾ ਆਸ-ਪਾਸ ਉਹ ਕਰਨਾ, ਕੀ ਇਹ ਠੀਕ ਹੈ? ਕਿ ਜ਼ਰੂਰੀ ਹੈ ਮੋਟਾਪਾ ਘਟਾਉਣਾ? ਸੋ ਬੇਸਿਕਲੀ ਯੈਸ, ਇਹ ਸਵਾਲ ਬੜੇ ਪੇਸ਼ੈਂਟ ਵੀ ਸਾਨੂੰ ਪੁੱਛਦੇ ਆ, ਡਾਕਟਰ ਸਾਹਿਬ ਠੀਕ ਹੈ ਦੋ ਦੇਰ ਇਜ਼ ਅ ਟ੍ਰੀਟਮੈਂਟ, ਤੁਸੀਂ ਕਹਿ ਰਹੇ ਹੋ ਸਾਇੰਟੀਫਿਕਲੀ ਇਟ ਇਜ਼ ਅਪਰੂਵਡ, ਰਿਜ਼ਲਟਸ ਚੰਗੇ ਹੈ, ਸੇਫ ਨੇ, ਬਟ ਇਹ ਸਰੀਰ ਕੁਦਰਤ ਨੇ ਦਿੱਤਾ ਹੈ, ਅਤੇ ਜੇ ਸਾਡਾ ਵੇਟ ਜਾਂ ਖੇਤਰਫਲ ਵੱਧ ਵੀ ਗਿਆ ਅਤੇ ਵਾਟ ਇਜ਼ ਦ ਰੀਜ਼ਨ? ਸੋ ਵੀ ਆਪਾਂ ਕਿਉਂ ਵੇਟ ਘਟਾਉਣਾ ਹੈ, ਵਾਟ ਇਜ਼ ਦ ਨੀਡ? ਸੋ ਉਹਦੀ ਜ਼ਰੂਰਤ ਇਹ ਹੈ ਕਿ ਦੇਖੋ ਇਹ ਜਿਹੜਾ ਕੁਦਰਤ ਨੇ ਸਾਨੂੰ ਇਹ ਸਰੀਰ ਜਾਂ ਇਹ ਵੇਟ ਨਹੀਂ ਦਿੱਤਾ। ਸਾਡੇ ਜਿਹੜੇ ਐਨਸਿਸਟਰ ਸੀਗੇ, ਜੇ ਮੈਂ ਗੱਲ ਕਰਾਂ ਪੁਰਾਣੀਆਂ, ਅਤੇ ਸਾਨੂੰ ਇਹ ਹੁੰਦਾ ਸੀਗਾ ਕਿ ਸਾਡੇ ਦਾਦੇ ਨਾਨਿਆਂ ਨੂੰ ਉਹਨਾਂ ਨੂੰ ਇਹ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਦੀ ਅਸੀਂ ਬਿਮਾਰੀ ਸੁਣਦੇ ਸੀਗੇ 60-65 ਸਾਲ ਤੋਂ ਉੱਪਰ। ਅੱਜ ਦੀ ਡੇਟ 'ਚ ਅਸੀਂ ਦੇਖਦੇ ਹਾਂ 30 ਸਾਲ ਦੇ ਜਾਂ 25 ਸਾਲ ਦੇ ਜਾਂ 35 ਸਾਲ ਦੇ ਯੰਗ ਯੂਥ ਨੂੰ ਇਹ ਬਿਮਾਰੀਆਂ ਲੱਗ ਗਈਆਂ। ਸੋ ਡੈਫੀਨੇਟਲੀ ਨੇਚਰ ਨਹੀਂ ਬਣੀ, ਅਸੀਂ ਜਿਹੜਾ ਨੇਚਰ ਨੂੰ ਚੇਂਜ ਕਰਤਾ। ਗਲੋਬਲ ਵਾਰਮਿੰਗ ਹੋ ਰਹੀ ਹੈ, ਪੋਲਿਊਸ਼ਨ ਹੋ ਰਿਹਾ ਹੈ, ਇੰਨਾ ਮੋਬਾਈਲਸ ਦਾ ਅੱਜ ਕੱਲ੍ਹ ਯੂਜ਼ ਹੈ। ਪਹਿਲਾਂ ਲੋਕਾਂ ਕੋਲ ਇੱਕ ਮੋਬਾਈਲ ਨਹੀਂ, ਅੱਜ ਕੱਲ੍ਹ ਜੇ 3 ਮੋਬਾਈਲ ਨਹੀਂ ਹੈ ਤਾਂ ਕੋਈ ਫਾਇਦਾ ਹੀ ਨਹੀਂ ਹੈ ਮੋਬਾਈਲ ਹੋਣ ਦਾ। ਸੋ ਇਹ ਚੀਜ਼ਾਂ ਨਾਲ ਇਨਵਾਇਰਮੈਂਟ ਛਿੜ ਗਿਆ। ਹੁਣ ਜਦੋਂ ਇਨਵਾਇਰਮੈਂਟ ਛਿੜ ਗਿਆ ਹੈ ਤਾਂ ਕਿਤੇ ਨਾ ਕਿਤੇ ਇਹ ਜਿਹੜਾ ਨੇਚਰ ਹੈ ਸਾਡੀ ਬੋਡੀ ਨੂੰ ਅਫੈਕਟ ਕਰ ਰਹੀ ਹੈ। ਸੋ ਵੇਟ ਨੂੰ ਲੈ ਕੇ ਆ ਰਹੀ ਹੈ, ਕਿਉਂਕਿ ਇਹ ਜਿਹੜਾ ਬਦਲਦਾ ਹੋਇਆ ਵਾਤਾਵਰਨ ਹੈ ਇਹ ਸਾਨੂੰ ਇਹਨੇ ਮੋਟਾਪਾ ਸਾਡੇ 'ਚ ਦੇਤਾ ਹੈ। ਸੋ ਇਹ ਸਟੇਟਮੈਂਟ ਤਾਂ ਚਲੋ ਇੱਕ ਯੈਸ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਕੁਦਰਤ ਦੇ ਨਾਲ ਕਿਉਂ ਛੇੜਖਾਨੀ ਕਰਨੀ ਹੈ। ਆਪਾਂ ਕੁਦਰਤ ਛੇੜਤੀ, ਕੁਦਰਤ ਨੇ ਸਾਨੂੰ ਛੇੜਤਾ, ਉਹਦੇ ਕਾਰਨ ਹੀ ਇਹ ਮੋਟਾਪਾ ਤੇ ਬਿਮਾਰੀਆਂ ਆ ਗਈਆਂ, ਜਿਹੜਾ ਆਪਣੇ ਆਪ 'ਚ ਇੱਕ ਗਲੋਬਲ ਪੈਂਡੇਮਿਕ ਹੁਣ ਬਣ ਚੁੱਕਾ ਹੈ। ਅਤੇ ਕੁਛ ਨਾ ਕੁਛ ਤਾਂ ਆਪਾਂ ਨੂੰ ਕਰਨਾ ਪਏਗਾ। ਕੁਦਰਤ ਨੂੰ ਚੇਂਜ ਕਰਨ ਲਈ ਇਟਸ ਗੋਇੰ ਟੂ ਬੀ ਅ ਲੌਂਗ ਪ੍ਰੋਸੈਸ। ਜੇ ਮੈਂ ਕਹਾਂ ਗਲੋਬਲ ਰਿਸਟੋਰੇਸ਼ਨ ਆਫ ਇਨਵਾਇਰਮੈਂਟ ਐਂਡ ਪੋਲਿਊਸ਼ਨ, ਉਹਦੇ ਲਈ ਆਈ ਥਿੰਕ ਡੈਕੇਡਸ ਲੱਗਣਗੇ। ਬਟ ਜੇ ਅਸੀਂ ਆਪਣੀ ਹੈਲਥ ਨੂੰ ਕੰਟਰੋਲ ਕਰ ਲਈਏ, ਐਟਲੀਸਟ ਉਹਦੇ ਨਾਲ ਇਹ ਹੋਏਗਾ ਕਿ ਅਸੀਂ ਆਪਣੀ ਲਾਈਫ ਟਾਈਮ ਦੇ ਵਿੱਚ ਆਪਣੇ ਨੀਅਰ ਐਂਡ ਡੀਅਰ ਵਨਸ, ਆਪਣੇ ਫਰੈਂਡਸ ਨੂੰ ਇੱਕ ਗਾਈਡ ਕਰ ਸਕਦੇ ਹਾਂ ਕਿ ਐਟਲੀਸਟ ਤੁਸੀਂ ਤਾਂ ਆਪਣਾ ਵੇਟ ਠੀਕ ਕਰੋ, ਆਪਣੀ ਬਿਮਾਰੀਆਂ ਨੂੰ ਕੰਟਰੋਲ ਕਰੋ ਅਤੇ ਚੰਗੀ ਲਾਈਫ ਲੀਡ ਕਰੋ। ਮੈਂ ਆਪ ਹੀ ਦੇਖਿਆ ਹੈ, ਆਪਣੀ ਅੱਖਾਂ ਸਾਹਮਣੇ ਕਈ ਐਗਜ਼ਾਮਪਲਸ ਦੇਖੇ ਨੇ ਜਿਹੜੇ ਆਈ ਥਿੰਕ 2-3 ਸਾਲ ਪਹਿਲੇ ਹੀ ਕਾਫੀ ਫਿਟ ਰਹੇ ਨੇ, ਬਟ ਇਨ ਦ ਸਪੈਮ ਆਫ 2 to 3 years ਉਹਨਾਂ ਨੇ ਵੇਟ ਗੇਨ ਬਹੁਤ ਵਾਸਟ ਤਰੀਕੇ ਨਾਲ ਕੀਤਾ ਹੈ। ਐਂਡ ਵੈਨ ਯੂ ਆਸਕ ਦੋਜ਼ ਪੀਪਲ, ਉਹ ਕਹਿੰਦੇ ਨੇ ਕਿ ਸਾਡੇ ਸਾਈਜ਼ ਦੇ ਕੱਪੜੇ ਵੀ ਆਉਂਦੇ ਨੇ, ਵੀ ਹੈਵ 4XL, ਵੀ ਹੈਵ 3XL, ਵੀ ਹੈਵ 5XL, ਕੀ ਲੋੜ ਹੈ ਹੈ ਨਾ, ਖਾਣਾ ਮਿਲ ਰਿਹਾ, ਕੱਪੜਾ ਮਿਲ ਰਿਹਾ ਹੈ, ਕੀ ਜ਼ਰੂਰਤ ਹੈ? ਸੋ ਉਹੋ ਜਿਹੇ ਲੋਕਾਂ ਨੂੰ ਤੁਹਾਡਾ ਮੈਸੇਜ ਕੀ ਰਹੇਗਾ? ਸੋ ਦੇਖੋ, ਦਿਸ ਇਜ਼ ਬੇਸਿਕਲੀ ਇੰਡਸਟਰੀ ਡਰਿਵਨ ਥਿੰਗਸ। ਜੇ ਮੈਂ ਕਹਾਂ ਕਿ ਬਈ ਜੇ ਹੁਣ ਆਪਾਂ ਕਿਸੇ ਨੂੰ ਚੰਗੀ ਸਲਾਹ ਦੇਣੀ ਹੈ, ਉਹ ਪਹਿਲਾਂ ਤਾਂ ਕਹੇਗਾ ਕਿ ਸਲਾਹ ਦੀ ਮੈਨੂੰ ਲੋੜ ਹੀ ਨਹੀਂ ਹੈ। ਟਰੂ ਹੈ ਨਾ, ਕਿ ਬਈ ਜੇ ਹੁਣ ਕਹੋ ਕਿ ਪਤਲਾ ਹੋਣ ਦੇ ਤਰੀਕੇ ਹੈ, ਜਾਂ ਇੱਕ ਪਿਲ ਹੈ ਜਾਂ ਇੱਕ ਘੰਟਾ ਐਕਸਰਸਾਈਜ਼ ਹੈ, ਯਾਰ ਐਕਸਰਸਾਈਜ਼ ਕੌਣ ਕਰੇਗਾ, ਪਿਲ ਖਾ ਲਓ, ਹੈ ਨਾ। ਸੋ ਉਸੇ ਤਰ੍ਹਾਂ ਯੈਸ, ਜਦੋਂ ਵੇਟ ਵੱਧ ਗਿਆ, XXL, XXL ਕੱਪੜਿਆਂ ਦੀ ਅਵੇਲੇਬਿਲਿਟੀ ਸਾਡੇ ਕੋਲ ਹੋ ਗਈ। ਸੋ ਫਿਰ ਆਪਾਂ ਕਿਉਂ ਸੋਚੀਏ, ਕਿਉਂਕਿ ਜੇ ਮੈਂ ਗੱਲ ਕਰਾਂ ਸਿਗਰਟ ਦੀ, ਇੱਕ ਸਮੋਕਿੰਗ ਵਿਚ ਇਜ਼ ਇੰਜੂਰੀਅਸ ਟੂ ਹੈਲਥ, ਉਹਦੇ 'ਤੇ ਲੰਗ ਕੈਂਸਰ ਬਣਿਆ ਹੁੰਦਾ ਹੈ, ਬਟ ਦੈਨ ਇਟਸ ਅ ਹਿਊਜ ਇੰਡਸਟਰੀ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿੰਸ ਇਟ ਇਜ਼ ਅਵੇਲੇਬਲ ਇਟ ਸ਼ੁੱਡ ਬੀ ਕੰਜ਼ਿਊਮਡ ਬਾਏ ਆਲ ਆਫ ਅਸ ਔਰ ਐਨੀ ਵਨ ਆਫ ਅਸ, ਇਟ ਇਜ਼ ਸਟਿਲ ਬੈਡ। ਸੋ ਕਈ ਚੀਜ਼ਾਂ ਇੰਡਸਟਰੀ ਡਰਿਵਨ ਹੈ, ਬਟ ਦੈਨ ਇਟ ਡਜ਼ਨਟ ਮੈਟਰ ਕਿ ਬਈ XL ਹੈ ਜਾਂ XXL ਹੈ, ਸਰੀਰ ਫਿੱਟ ਹੀ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਬਿਜ਼ਨਸ ਕਲਾਸ ਸੀਟ ਜੇ ਡਬਲ ਹੈਗੀ ਹੈ ਅਤੇ ਆਪਾਂ ਠੀਕ ਹੈ, ਦੈਟਸ ਅ ਡਿਫਰੈਂਟ ਸਟੋਰੀ, ਯੂ ਨੋ, ਵੀ ਕੈਨ ਇਫ ਵੀ ਅਫੋਰਡ ਇਟ, ਬਟ ਦੈਨ ਵੇਟ ਇਫ ਇਟ ਇਜ਼ ਨੋਰਮਲ। ਜੇ ਮੈਂ ਗੱਲ ਕਰਾਂ ਇੱਕ ਜਨਰੇਟਰ ਦੀ ਜਿਹੜੀ ਕਪੈਸਿਟੀ ਹੈ, ਜੇ ਉਸ ਤੋਂ ਉੱਪਰ ਉਹਦੇ 'ਚ ਲੋਡ ਪਏਗਾ ਅਤੇ ਉਹ ਬੈਠ ਜਾਏਗਾ ਇੰਜਨ, ਅਤੇ ਸਾਡੀ ਬੋਡੀ ਵੀ ਇੱਕ ਤਰ੍ਹਾਂ ਦਾ ਇੱਕ ਇੰਜਨ ਹੈ, ਇੱਕ ਮਸ਼ੀਨਰੀ ਹੈ, ਅਤੇ ਜੇ ਲੋਡ ਘੱਟ ਰੱਖਾਂਗੇ ਉਹ ਲੰਬੇ ਸਮੇਂ ਤੱਕ ਚੰਗਾ ਕਰੇਗਾ ਕੰਮ।
ਬਿਲਕੁਲ। ਅੱਛਾ, ਜੇ ਗੱਲ ਕਰੀਏ ਟ੍ਰੀਟਮੈਂਟਸ ਦੀ, ਹੈ ਨਾ, weight loss ਟ੍ਰੀਟਮੈਂਟਸ ਦੀ, ਸੋ ਇਹ ਇੱਕ ਸਰਜਰੀ ਹੈ ਜਾਂ ਕਿਸ ਤਰੀਕੇ ਦੇ ਟ੍ਰੀਟਮੈਂਟਸ ਤੁਸੀਂ ਆਫਰ ਕਰਦੇ ਹੋ? ਸੋ ਬੇਸਿਕਲੀ ਜਦੋਂ ਵੀ ਮੇਰੇ ਕੋਲੇ ਕੰਸਲਟ ਕਰਨ ਲਈ ਕੋਈ ਵੀ ਪੇਸ਼ੈਂਟ ਜਾਂ ਕੋਈ ਫੈਮਿਲੀ ਜਾਂ ਕੋਈ ਫਰੈਂਡ ਮੇਰੇ ਕੋਲੇ ਆਂਦਾ ਹੈ ਕਿ ਵੀ ਡਾਕਟਰ ਸਾਹਿਬ ਅਸੀਂ weight ਘਟਾਉਣਾ ਚਾਹੁੰਦੇ ਹਾਂ, ਸੋ ਵਾਟ ਡੂ ਯੂ ਹੈਵ ਟੂ ਆਫਰ? ਸੋ ਸਭ ਤੋਂ ਪਹਿਲਾਂ ਮੈਂ ਕਹਿਣਾ ਹੈ ਕਿ ਯੂ ਜਸਟ ਗੋ ਟੂ ਅ ਸਪੋਰਟਸ ਸ਼ਾਪ ਐਂਡ ਇੱਕ ਬਾਏ ਅ ਪੇਅਰ ਆਫ ਸਨੀਕਰਸ, start exercising, right? See what you're eating. So give yourself some try for 4 to 6 months. Start thinking positively and अपने आप ਨੂੰ ਇਸ inhibition ਤੋਂ ਬਾਹਰ ਕੱਢੋ, exercise ਕਰੋ, ਚੰਗੀ diet ਲਓ। ਐਂਡ ਬਟ ਕਈ ਲੋਕ ਇਹ ਸਭ ਕੁਝ ਕਰ ਚੁੱਕੇ ਹੁੰਦੇ ਹੈ। ਕਾਫੀ ਲੋਕਾਂ ਨੇ ਬਹੁਤ ਹਰਬਲ ਪ੍ਰੋਡਕਟਸ, ਬਹੁਤ ਮੈਡੀਸਿਨਸ, ਬਹੁਤ ਨਿਊਟ੍ਰੀਸ਼ਨਲ ਕਾਉਂਸਲਿੰਗਸ ਲਿੱਤੀਆਂ ਹੁੰਦੀਆਂ। ਸੋ ਵੈਨ ਐਵਰੀਥਿੰਗ ਫੇਲਸ, ਸੋ ਬਟ ਆਪਾਂ ਨੂੰ ਕੋਈ ਸੋਲੂਸ਼ਨ ਦੇਣਾ ਪੈਂਦਾ, then we take help of science। ਇਹ ਜਿਹੜੇ ਟ੍ਰੀਟਮੈਂਟਸ ਬਣੇ ਹੋਏ ਹੈ, ਜਿਹੜੇ ਆਪਾਂ ਗੱਲਾਂ ਕਰ ਰਹੇ ਹਾਂ ਜਾਂ ਅੱਗੇ ਗੱਲਾਂ ਕਰਾਂਗੇ, so they are scientific treatments which are approved by WHO, American board, Canadian board, Asian board, Indian board। So they are all approved and safe effective treatments। ਜਦੋਂ ਸਾਰੇ local ਨੁਸਖੇ fail ਹੋ ਜਾਣ ਤਾਂ I think then we have this weight loss ਜਿਹੜੀ surgeries ਹੁਣ ਆ ਗਈਆਂ, they are the final ਬ੍ਰਹਮਾਸਤਰ ਕਿ ਨਹੀਂ ਘਟ ਰਿਹਾ ਤਾਂ ਕੋਈ ਗੱਲ ਨਹੀਂ, ਮੋਟਾਪੇ ਨਾਲ ਤੇ ਬਿਮਾਰੀਆਂ ਨਾਲ ਜਿਉਣ ਦੀ ਕੋਈ ਲੋੜ ਨਹੀਂ ਹੈ, ਇੱਕ ਚੰਗੀ ਜ਼ਿੰਦਗੀ ਜੀਣੀ ਹੈ ਤਾਂ ਆਈ ਥਿੰਕ ਕਮ ਟੂ ਦ ਡਾਕਟਰ। ਇਫ ਨਥਿੰਗ ਐਲਸ ਵਰਕਸ ਦਿਸ ਵਿਲ ਡੈਫੀਨੇਟਲੀ ਵਰਕ। ਅੱਛਾ ਡਾਕਟਰ, ਅੱਜ ਕੱਲ੍ਹ ਕਲਿੱਕਬੇਟ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ। ਇੱਕ ਰੀਲ ਤੁਸੀਂ ਦੇਖੋਗੇ ਕਿ ਪਰਸਨ ਇਜ਼ ਐਕਸਰਸਾइजिंग, ਤੁਸੀਂ ਨਹੀਂ ਦੇਖੋਗੇ। ਇੱਕ ਤੁਸੀਂ ਦੇਖੋਗੇ ਕਿ 2 दिन में घटाए 5 किलो, है ना, you will just click that। So that's a clickbait, है ना। So weight loss ਦਾ ਕੋਈ ਕੁਇਕ ਮੰਤਰਾ ਹੈ ਐਜ਼ ਅ ਡਾਕਟਰ? ਤੁਸੀਂ ਕੀ ਇਹ ਮੈਸੇਜ ਦਵੋਗੇ ਕਿ ਕੀ ਤੁਸੀਂ ਐਕਚੁਅਲੀ 2 ਦਿਨਾਂ ਵਿੱਚ ਵੀ ਭਾਰ ਘਟਾ ਸਕਦੇ ਹੋ? ਟੂ ਬੀ ਓਨੈਸਟ ਨਹੀਂ, ਟੂ ਬੀ ਓਨੈਸਟ ਨਹੀਂ। ਜਦੋਂ ਆਪਾਂ ਕੋਈ ਚੀਜ਼ ਸੈਲ ਕਰਨੀ ਹੁੰਦੀ ਹੈ, ਵੀ ਡੈਫੀਨੇਟਲੀ ਲੁੱਕ ਇਨਟੂ ਅ ਡਿਫਰੈਂਟ ਪਰਸਪੈਕਟਿਵ, ਬਟ 2 ਦਿਨਾਂ 'ਚ ਕੋਈ weight ਨਹੀਂ ਘਟਦਾ। ਹਾਂ, ਇੱਕ ਚੀਜ਼ ਜ਼ਰੂਰ ਹੈ, 2 ਦਿਨਾਂ 'ਚ ਮੋਟੀਵੇਸ਼ਨ ਆ ਸਕਦੀ ਹੈ 200% ਕਿ ਮੈਂ weight ਘਟਾ ਕੇ ਹੀ ਹਟਣਾ ਹੈ, ਬਾਈ ਦਿਸ ਵੇ ਔਰ ਦੈਟ ਵੇ, ਆਈ ਥਿੰਕ। ਬਟ ਅਦਰਵਾਈਜ਼ ਕੋਈ ਵੀ ਚੀਜ਼ ਹੈ, ਇੱਕ ਐਗਜ਼ਾਮ ਵੀ ਹੈ, ਉਹਦੀ ਤਿਆਰੀ ਕਰਾਂਗੇ ਤਾਂ ਹੀ ਚੰਗਾ ਰਿਜ਼ਲਟ ਆਉਂਦਾ ਹੈ। ਤਾਂ weight loss ਵੀ ਜਿਨ੍ਹਾਂ ਨੂੰ ਜ਼ਰੂਰਤ ਪੈਂਦੀ ਹੈ, ਉਹਨਾਂ ਦਾ ਜਿਹੜਾ ਸਫ਼ਰ ਹੁੰਦਾ weight loss ਦਾ, ਆਈ ਥਿੰਕ ਜੇ ਉਹ ਇੰਜੋਏ ਕਰੀਏ ਆਪਾਂ ਕਿ ਠੀਕ ਹੈ ਯਾਰ ਹੁਣ ਤਾਂ weight ਘਟਾ ਕੇ ਹੀ ਹਟਣਾ ਹੈ, ਹੁਣ ਕੱਪੜੇ XXL ਤੋਂ ਮੀਡੀਅਮ ਜਾਂ ਲਾਰਜ ਪਾਣੇ ਹੈ ਅਤੇ ਬਿਮਾਰੀਆਂ ਛੱਡ ਦੇਣੀ ਹੈ। ਤਾਂ ਆਈ ਥਿੰਕ ਇਹ ਸਫ਼ਰ ਇੱਕ ਯਾਦਗਾਰ, ਮੈਮੋਰੇਬਲ ਐਂਡ ਚੈਲੰਜਿੰਗ ਜਰਨੀ ਬਣ ਜਾਂਦੀ ਹੈ, ਜਿਹੜੀ ਇਟਸ ਏ ਹਿਊਜ ਟਰਾਂਸਫਾਰਮੇਸ਼ਨ। ਜਿਹੜੇ ਲੋਕ weight ਘਟਾ ਲੈਂਦੇ ਹੈ, ਸੋ 2 ਦਿਨਾਂ 'ਚ ਤਾਂ ਸਿਰਫ ਮੋਟੀਵੇਸ਼ਨ ਹੀ ਆ ਸਕਦੀ ਹੈ, ਟੂ ਬੀ ਓਨੈਸਟ। ਅੱਛਾ, ਤਾਂ ਆਪਣੀ ਕਨਵਰਸੇਸ਼ਨ ਤੋਂ ਥੋੜਾ ਹਟ ਕੇ, ਹੈ ਨਾ, ਮਤਲਬ ਕੱਲ੍ਹ ਹੀ ਮੈਂ ਹਲੇ ਇਹ ਚੀਜ਼ ਪੜ੍ਹ ਕੇ ਆਈ ਸੀ ਵਿਦ ਦ ਕੰਟੈਕਸਟ, ਹੈ ਨਾ, ਤੇ ਡਾਕਟਰ ਕਹਿੰਦਾ 2 ਦਿਨਾਂ ਵਿੱਚ ਤੁਸੀਂ ਸਿਰਫ ਅਰਦਾਸ ਹੀ ਕਰੋ ਕਿ ਘਟ ਜਾਵੇ ਤੁਹਾਡਾ। ਸੋ ਦੇयर इज नो ਕੁਇਕ ਰੂਲ, ਹਮੇਸ਼ਾ ਇੱਕ ਪ੍ਰੋਸੀਜਰ ਹੁੰਦਾ ਹੈ, ਉਸੀ ਨੂੰ ਹੀ ਫੋਲੋ ਕਰਨਾ ਚਾਹੀਦਾ ਹੈ। ਅੱਛਾ, ਸਰਜਰੀ ਇਜ਼ ਅ ਸਰਜਰੀ, ਯੈਸ, ਐਂਡ ਆਪਰੇਸ਼ਨ ਜਦ ਆਪਾਂ ਗੱਲ ਕਰਦੇ ਹਾਂ ਇੱਕ ਨਾਰਮਲ ਇਨਸਾਨ ਲਈ ਉਹ ਇੱਕ ਡਰਾਵਨਾ ਲਫ਼ਜ਼ ਹੈ, ਟਰੂ, ਹੈ ਨਾ। ਇਹਦੇ 'ਚ ਰਿਸਕ ਆਉਂਦਾ ਹੈ, ਹੋਰ ਬਹੁਤ ਸਵਾਲ ਆਉਂਦੇ ਨੇ। ਸੋ ਐਟ ਦ ਐਂਡ ਤਾਂ ਇਹ ਰਿਸਕ ਹੀ ਹੈ। ਸੋ ਯੈਸ, ਜੇ ਆਪਾਂ ਗੱਲ ਕਰੀਏ ਸਰਜਰੀਜ਼ ਦੀ, ਸਰਜਰੀ ਸੁਣ ਕੇ ਥੋੜਾ ਡਰ ਲੱਗਦਾ ਹੈ ਕਿ ਯਾਰ ਆਪਰੇਸ਼ਨ ਪਤਾ ਨਹੀਂ ਕੀ ਮੇਰੀ ਚੀੜ ਫਾੜ ਹੋ ਜਾਏਗੀ, ਯੂ ਨੋ, ਮੈਂ ਖਾ ਪਾਊਂਗਾ ਨਹੀਂ ਖਾ ਪਾਊਂਗਾ, ਬੜੇ ਮਨ 'ਚ ਸਵਾਲ ਆਉਂਦੇ ਆ। ਪਰ ਜੇ ਮੈਂ ਕਹਾਂ ਕਿ ਜੇ ਆਪਾਂ ਥੋੜ੍ਹੀ ਜਿਹੀ ਹਿਸਟਰੀ ਦੇਖੀਏ, ਪਹਿਲਾਂ ਜਿਹੜੇ ਆਪਰੇਸ਼ਨਸ ਹੁੰਦੇ ਸੀਗੇ, ਜਿਹੜੇ ਕਾਮਨ ਆਪਰੇਸ਼ਨਸ ਹੈ, ਜਿਵੇਂ ਕਿਸੇ ਨੂੰ ਹਰਨੀਆ ਹੈ, ਕਿਸੇ ਨੂੰ ਬੱਚੇਦਾਨੀ 'ਚ ਰਸੌਲੀਆਂ ਹੈ ਜਾਂ ਕੋਈ ਪੱਥਰੀਆਂ ਹੈ, ਉਹ ਸਭ ਚੀਜ਼ਾਂ ਹੁਣ ਸਾਇੰਸ ਨੇ ਲੈਪਰੋਸਕੋਪੀ, ਲੇਜ਼ਰ ਤੇ ਰੋਬੋਟਿਕ ਨਾਲ ਹੋਣ ਲੱਗ ਗਏ ਹੈ। ਤੇ ਉਹਦੇ 'ਚ ਕੀ ਹੁੰਦਾ ਹੈ ਕਿ ਹਸਪੀਟਲ ਸਟੇਜ਼ ਵੈਰੀ ਸ਼ਾਰਟ, ਕੋਈ ਸਕਾਰਸ ਨਹੀਂ ਹੁੰਦੇ, ਕੋਈ ਇਨਸੀਜਨਸ ਨਹੀਂ ਹੁੰਦੇ, 1 ਦਿਨ 'ਚ ਤੁਸੀਂ ਆਪਣੇ ਘਰੇ ਵਾਪਸ ਆ ਜਾਂਦੇ ਹੋ। ਸੋ ਸਰਜਰੀਜ਼ ਹੁਣ ਪਹਿਲਾਂ ਵਾਲੀ ਸਰਜਰੀਜ਼ ਨਹੀਂ ਰਹਿ ਗਈਆਂ। ਜੇ ਮੈਂ ਗੱਲ ਵੀ ਕਰਾਂ, ਜੇ ਆਪਾਂ ਹੁਣ ਜੇ ਕਹੀਏ ਕਿ ਆਪਾਂ ਕਿਸੇ ਨੂੰ ਬੰਬੇ ਮਿਲਣ ਜਾਣਾ ਹੈ ਤੇ ਤੁਸੀਂ ਸਵੇਰੇ ਫਲਾਈ ਕਰਕੇ ਯੂ ਕੈਨ ਕਮ ਬੈਕ ਇਨ ਦਾ ਈਵਨਿੰਗ। ਸੋ ਉਸੇ ਤਰ੍ਹਾਂ ਸਰਜਰੀਜ਼ ਹੈਵ ਬਿਕਮ ਵੈਰੀ ਐਡਵਾਂਸਡ, ਐਂਡ ਐਡਵਾਂਸਮੈਂਟ ਦੇ ਨਾਲ ਰਿਸਕ ਫੈਕਟਰਸ ਬਹੁਤ ਘੱਟ ਗਏ ਹੈ ਕਿ ਜਿਹਦੇ 'ਚ ਦੇ ਆਰ ਓਰੀਐਂਟਿਡ ਫॉर ਪੇਸ਼ੈਂਟ ਸੇਫਟੀ ਆਊਟਕਮਸ, ਕਿ ਵੀ ਕੁਇਕ ਰਿਕਵਰੀ, no pain, and you come with a fear but you go back smiling. So that's how these surgeries are planned, and ਇਹਨਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਲੇਜ਼ਰ ਤੇ ਰੋਬੋਟਿਕ, ਉਹ ਹੋਰ ਸੇਫਟੀ ਨੂੰ ਉੱਪਰ ਲੈ ਕੇ ਆਉਂਦਾ ਹੈ
ਕਿ ਜਿਹਦੇ 'ਚ ਪੇਸ਼ੈਂਟ ਨੂੰ ਇੱਕ ਹੋਰ ਕੁਆਲਿਟੀ ਆਫ ਲਾਈਫ, ਕੁਆਲਿਟੀ ਆਫ ਸਰਜਰੀ ਵੀ ਮਿਲੇ, ਤਾਂ ਕਿ ਪਤਾ ਹੀ ਨਾ ਲੱਗੇ ਕਿ ਵੀ ਅਸੀਂ ਆਪਰੇਸ਼ਨ ਕਰਾਉਣ ਆਏ ਸੀ, ਬਸ ਠੀਕ ਹੈ ਡਾਕਟਰ ਸਾਹਿਬ ਨੂੰ ਆਏ, ਮਿਲੇ ਹਸਪਤਾਲ, ਇੱਕ ਅੱਧਾ ਦਿਨ ਰਹਿ ਕੇ ਚਲੇ ਗਏ ਤੇ ਟ੍ਰੀਟਮੈਂਟ ਹੋ ਗਿਆ। ਆਈ ਥਿੰਕ that's how it should be। ਜੀ ਜੀ। ਅੱਛਾ ਡਾਕਟਰ, ਹੁਣ ਡਾਇਬੀਟੀਜ਼ ਲੈ ਲਈਏ ਜਾਂ ਸਲੀਪ ਐਪਨੀਆ ਲੈ ਲਈਏ ਜਾਂ ਗੋਡਿਆਂ 'ਚ ਦਰਦ ਹੁੰਦਾ ਹੈ, ਅਕਸਰ ਡਾਕਟਰਸ ਇਹ ਕਹਿੰਦੇ ਨੇ ਕਿ ਤੁਹਾਡਾ weight ਇਸ ਦਾ ਕਾਰਨ ਹੈ ਨਾ, ਸੋ ਇਹ ਵੀ ਚੀਜ਼ਾਂ ਠੀਕ ਹੋ ਸਕਦੀਆਂ? ਹਾਂਜੀ ਬਿਲਕੁਲ। ਜੇ ਮੈਂ ਕਹਾਂ ਕਿ ਬਈ weight ਦੇ ਨਾਲ, ਜੇ ਕਿਸੇ ਦਾ weight ਜੇ 70 kg ਹੋਣਾ ਚਾਹੀਦਾ ਹੈ, weight 70 ਤੋਂ 90 ਹੋ ਗਿਆ, 100 ਹੋ ਗਿਆ, obviously ਬੋਡੀ ਦੇ ਉੱਪਰ ਹਰ ਆਰਗਨ ਦੇ ਉੱਪਰ ਲੋਡ ਪੈ ਰਿਹਾ ਹੈ। ਓਕੇ, ਟੂ ਐਨ ਐਕਸਟੈਂਟ ਆਪਾਂ ਲੈ ਸਕਦੇ ਹਾਂ। ਓਕੇ ਜੇ ਬਟ ਉਸ ਤੋਂ ਬਾਅਦ ਉਹ ਆਰਗਨਸ ਜਿਹੜੇ ਆਪਣਾ ਹਾਰਟ, ਆਪਣਾ ਲਿਵਰ, ਆਪਣਾ ਕਿਡਨੀ, ਆਪਣੇ ਪੈਨਕ੍ਰੀਆਸ, ਸੋ ਉਹ ਆਰਗਨਸ ਜਦੋਂ weight ਉਹਨਾਂ ਨੂੰ ਮਹਿਸੂਸ ਹੁੰਦਾ ਹੈ, ਜਿਵੇਂ ਕਿ ਜੁਆਇੰਟਸ ਦੀ ਵੀ ਮੈਂ ਗੱਲ ਕਰਾਂ, ਜੇ 70 kg ਤੇ ਅਸੀਂ ਖੜੇ ਹਾਂ, ਜਦੋਂ 80, 85, 90 ਹੈ, ਇਟ ਇਜ਼ ਓਕੇ, ਪਰ ਜਦੋਂ 110 ਚਲਾ ਗਿਆ, 120 ਚਲਾ ਗਿਆ, ਹਰ ਆਰਗਨ ਦੀ ਇੱਕ ਥ੍ਰੈਸ਼ਹੋਲਡ ਹੈ, ਉਸ ਤੋਂ ਬਾਅਦ ਉਹਨੇ ਦਿੱਕਤ ਦੇਣੀ ਹੈ। ਸੋ ਜੇ ਪੈਨਕ੍ਰੀਆਸ ਤੇ ਲੋਡ ਪੈ ਜਾਏਗਾ ਤੇ ਡਾਇਬੀਟੀਜ਼ ਸਾਹਮਣੇ ਆਏਗੀ। ਹੁਣ ਹਾਰਟ ਨੇ ਪੰਪ ਕਰਨਾ ਹੈ, 70 ਕਿਲੋ ਨੂੰ ਪੰਪ ਕਰਨਾ ਹੈ, 120 ਕਿਲੋ ਨੂੰ ਪੰਪ ਕਰਨਾ ਹੈ, ਹਾਰਟ BP ਦੀ ਗੋਲੀ ਜਾਂ ਹਾਰਟ ਦੀਆਂ ਨਾੜਾਂ ਸਟੈਂਟ ਤਾਂ ਮੰਗਣਗੀਆਂ ਹੀ, ਗੋਡੇ ਜਿਹੜੇ ਦੁਖਣਗੇ, ਕਮਰ ਦਰਦ ਹੋਏਗਾ ਹੀ ਹੋਏਗਾ। ਯੰਗ ਫੀਮੇਲਸ ਦੇ ਵਿੱਚ ਇਨਫਰਟੀਲਿਟੀ ਬਹੁਤ ਦੇਖੀ ਜਾਂਦੀ ਹੈ ਓਵਰਵੇਟ ਨਾਲ, ਪਲੱਸ ਡਿਪਰੈਸ਼ਨ, ਐਂਗਜ਼ਾਈਟੀ, ਮਤਲਬ ਇਹ ਮੈਡੀਕਲ ਇਸ਼ੂਜ਼ ਤੋਂ ਇਲਾਵਾ ਜਿਹੜਾ ਸੋਸ਼ਲ ਬਹੁਤ ਫੈਕਟਰਸ ਬਣ ਜਾਂਦੇ ਹੈ ਕਿ ਜਿਹੜਾ ਇੱਕ ਆਪਣੇ ਆਪ 'ਚ ਇੱਕ ਨੈਗੇਟਿਵਿਟੀ ਲੈ ਕੇ ਆਉਂਦੇ ਹੈ। ਹਾਲਾਂਕਿ ਬਹੁਤ ਘੱਟ ਲੋਕ ਹੈ ਜਿਹੜੇ ਆਪਣੇ ਓਵਰਵੇਟ ਨੂੰ ਬਹੁਤ ਕੌਨਫੀਡੈਂਸਲੀ ਕੈਰੀ ਕਰਦੇ ਹੈ, ਬਟ ਅਦਰਵਾਈਜ਼ ਮੋਸਟ ਆਫ ਦਾ ਪੀਪਲ ਜਿਨ੍ਹਾਂ ਨੂੰ ਬਿਮਾਰੀਆਂ ਕਈ ਵਾਰ ਨਹੀਂ ਵੀ ਹੁੰਦੀਆਂ, ਬਸ weight ਹੀ ਜ਼ਿਆਦਾ ਹੁੰਦਾ ਹੈ। ਯੈਸ, ਉਹ ਇੱਕ ਡਿਸਕ੍ਰਿਮੀਨੇਸ਼ਨ ਸੋਸ਼ਲ ਵਰਕ ਪਲੇਸ ਤੇ ਵੀ ਉੱਤੇ। ਤਾਂ ਆਈ ਥਿੰਕ weight ਕਿਤੇ ਨਾ ਕਿਤੇ ਹਰ ਪਾਸਿਓਂ ਇਫੈਕਟ ਕਰਦਾ ਹੈ, not the ਬਿਮਾਰੀਆਂ ਬਟ ਮੈਂਟਲ ਐਂਡ ਫਿਜ਼ੀਕਲ ਵੈਲਬੀਇੰਗ ਆਲਸੋ। ਸੋ ਜੇ weight ਘਟ ਜਾਂਦਾ ਹੈ ਤੇ ਓਬਵੀਅਸਲੀ ਇਹ ਸਾਰੀ ਬਿਮਾਰੀਆਂ ਠੀਕ ਹੋ ਜਾਂਦੀਆਂ, ਕਿਉਂਕਿ ਅਸੀਂ ਲੋਡ ਘਟਾ ਲਿਆ। ਹੁਣ ਜਦੋਂ ਓਵਰਵੇਟ ਪੇਸ਼ੈਂਟ ਇੱਕ ਡਾਇਬਟੋਲੋਜਿਸਟ ਕੋਲ ਜਾਂ ਕਾਰਡੀਓਲੋਜਿਸਟ ਕੋਲ ਜਾਏਗਾ, 5 ਸੈਕਿੰਡ ਲੱਗਦੇ ਹੈ ਇੱਕ ਦਵਾਈ ਲਿਖਣ ਨੂੰ, ਪਰ ਡਾਕਟਰ ਨੂੰ ਘੱਟੋ ਘੱਟ 15 ਮਿੰਟ ਲੱਗਣਗੇ ਇੱਕ ਪੇਸ਼ੈਂਟ ਨੂੰ ਮੋਟੀਵੇਟ ਕਰਨ ਨੂੰ ਕਿ ਵੀ ਤੁਸੀਂ ਚੰਗੀ ਡਾਈਟ ਕਰੋ, ਐਕਸਰਸਾਈਜ਼ ਕਰੋ, ਬਟ ਦੈਨ ਟਾਈਮ ਕਿਹਦੇ ਕੋਲ ਹੈ। ਆਈ ਐਮ ਨਾਟ ਸੇਇੰਗ ਦਿਸ ਕਿ ਆਈ ਐਮ ਇਨਟੂ ਦਿਸ ਫੀਲਡ, ਬਟ ਸਟਿਲ ਆਈ ਥਿੰਕ ਜਿਸ ਤਰ੍ਹਾਂ ਅਸੀਂ ਆਪ ਆਪਣੇ ਆਪ 'ਚ ਐਜੂਕੇਟ ਹੋਈਏ, ਲੋਕਾਂ ਨੂੰ ਐਜੂਕੇਟ ਕਰੀਏ ਕਿ ਆਪਣੀ ਹੈਲਥ ਨੂੰ ਇੱਕ ਇੰਪੋਰਟੈਂਸ ਦਿਓ, ਆਪਣੀ ਲਾਈਫ ਨੂੰ ਇੱਕ ਇੰਪੋਰਟੈਂਸ ਦਿਓ, ਆਪਣੀ ਬਿਮਾਰੀਆਂ ਨੂੰ ਕਿਸ ਤਰ੍ਹਾਂ ਅਸੀਂ ਘਟਾ ਸਕਦੇ ਹਾਂ, ਰਾਦਰ ਦੈਨ ਕਿ ਦਵਾਈਆਂ ਸਾਰੀ ਉਮਰ ਖਾਣ ਤੋਂ ਬਗੈਰ ਜੇ ਅਸੀਂ ਕੋਈ ਟ੍ਰੀਟਮੈਂਟ ਕਰਕੇ ਬਿਮਾਰੀਆਂ ਹੀ ਜੜ ਤੋਂ ਘਟਾ ਸਕਦੇ ਹਾਂ ਤੇ weight ਕੰਟਰੋਲ ਕਰ ਸਕਦੇ ਹਾਂ। ਆਈ ਥਿੰਕ ਵੀ ਸ਼ੁੱਡ ਥਿੰਕ ਅਬਾਊਟ ਇਟ। ਅੱਛਾ, ਹੁਣ ਸਰਜਰੀ ਹੋ ਗਈ, ਮੈਨੂੰ ਲੱਗਦਾ ਜਿਹੜਾ ਆਫਟਰ ਕੇਅਰ ਪ੍ਰੋਸੀਜਰ ਹੁੰਦਾ ਹੈ ਉਹ ਜ਼ਿਆਦਾ ਪੇਚੀਦਾ ਹੁੰਦਾ ਹੈ, ਸੋ ਆਫਟਰ ਕੇਅਰ ਕਿਸ ਤਰੀਕੇ ਦਾ ਰਹਿੰਦਾ ਹੈ ਤੁਹਾਡੇ ਹੈਲਥ ਸੈਂਟਰ ਵਿੱਚ? ਸੋ ਬੇਸਿਕਲੀ ਕੋਈ ਵੀ ਚੀਜ਼ ਆਪਾਂ ਕਰਦੇ ਹਾਂ, ਵੀ ਬਾਏ ਕਾਰ ਵੀ ਹੈਵ ਟੂ ਗੈਟ ਦ ਸਰਵਿਸ ਡਨ, ਹੈ ਨਾ। ਆਪਾਂ ਮੋਬਾਈਲ ਵੀ ਲੈਂਦੇ ਹਾਂ, ਆਪਾਂ ਉਹਦੇ ਤੇ ਸਕਰੀਨ ਗਾਰਡ ਜਾਂ ਪ੍ਰੋਟੈਕਟਰ ਲਗਾ ਦਿੰਦੇ ਹਾਂ। ਬਿਲਕੁਲ ਟਰੂ। ਈਵਨ ਦ ਮੋਸਟ ਐਕਸਪੈਂਸਿਵ ਗਾਰਮੈਂਟ ਯੂ ਬਾਏ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਡਰਾਈ ਕਲੀਨ ਕਰਾ ਲਓਗੇ ਤਾਂ ਤੁਸੀਂ ਗਰੀਸ ਵੀ ਉੱਪਰ ਸੈੱਟ ਲਓਗੇ। ਸੋ ਇਟ ਇਜ਼ ਨਾਟ ਲਾਈਕ ਦੈਟ, ਸੋ ਯੂ ਹੈਵ ਟੂ ਟੇਕ ਕੇਅਰ। ਐਂਡ ਯੈਸ, ਇਹਨਾਂ ਸਰਜਰੀਜ਼ ਤੋਂ ਬਾਅਦ ਪ੍ਰੋਟੋਕੋਲਸ ਬਣੀਆਂ ਹੁੰਦੀਆਂ, ਜਿਵੇਂ ਆਪਾਂ ਕੋਈ ਵੀ ਆਮ ਸਰਜਰੀ ਵੀ ਕਰਵਾਉਣੀ ਹੈ, ਡਾਕਟਰ ਕਹਿੰਦਾ ਹੈ ਥੋੜੇ ਦਿਨ ਖਾਣ ਪੀਣ ਦਾ ਇਹ ਖਿਆਲ ਰੱਖਣਾ ਹੈ, ਥੋੜੇ ਦਿਨ ਟਰੈਵਲਿੰਗ ਦਾ ਇਹ ਖਿਆਲ ਰੱਖਣਾ ਹੈ, ਥੋੜੇ ਦਿਨ ਆਹ ਦਵਾਈਆਂ ਲੈਣੀਆਂ, ਤੇ ਉਹਦੇ ਨਾਲ ਇਹਨਾਂ ਸਰਜਰੀਜ਼ ਦੇ ਵਿੱਚ ਵੀ ਉਹ ਪ੍ਰੋਟੋਕੋਲਸ ਬਣੀਆਂ ਹੁੰਦੀਆਂ, ਉਹ ਅਸੀਂ ਗਾਈਡ ਕਰਦੇ ਹਾਂ, ਕਿਉਂਕਿ ਜੇ ਅਸੀਂ ਗਾਈਡ ਕਰਾਂਗੇ ਪੇਸ਼ੈਂਟਸ ਵਿਲ ਬੀ ਹੈਪੀ, ਐਂਡ ਇੱਕ ਖੁਸ਼ ਪੇਸ਼ੈਂਟ ਦੂਜੇ 3 ਪੇਸ਼ੈਂਟਸ ਨੂੰ ਲੈ ਕੇ ਸਾਡੇ ਕੋਲ ਰੈਫਰ ਕਰਦੇ ਹੈ। ਸੋ ਦਿਸ ਇਜ਼ ਹਾਊ ਇਟ ਵਰਕਸ। ਅੱਜ ਅਸੀਂ ਜਿਸ ਲੈਵਲ ਤੇ ਇਹ ਐਜੂਕੇਸ਼ਨਲ ਪ੍ਰੋਗਰਾਮ ਕਰਦੇ ਹਾਂ, ਬਟ ਲੌਂਗ ਟਰਮ ਦੇ ਵਿੱਚ ਜਿਹੜੇ ਲੋਕ ਇਸ ਪ੍ਰੋਗਰਾਮ ਤੋਂ ਬੈਨੀਫਿਟ ਹੋਣਗੇ ਟ੍ਰੀਟਮੈਂਟ ਕਰਵਾ ਕੇ, they will be the bigger in terms of talking mouth to mouth publicity ਕਿ ਬਈ yes ਅਸੀਂ ਠੀਕ ਹੋਏ ਸੀ, ਅਸੀਂ and that is the most positive publicity। yes. so aftercare is very important। I think ਜੇ ਉਹ holistically ਕੀਤੀ ਜਾਏ, ਜੇ ਤੁਸੀਂ ਮੈਨੂੰ ਪੁੱਛੋ ਕਿ after all my training I set up a center in Moga, ਜਿਹੜਾ ਇੱਕ ਬੜਾ ਛੋਟਾ ਜਿਹਾ ਸਿਟੀ ਹੈ, ਬਟ ਇਹ ਹੈ ਕਿ ਜੇ ਹੁਣ ਪੰਜਾਬ 'ਚ ਕਿਤੇ ਕੋਈ ਮੋਟਾਪਾ ਬੋਲਦਾ ਤਾਂ ਪਤਾ ਡਾਕਟਰ ਸੂਦ ਮੋਗੇ ਬੈਠੇ, ਚਲੋ ਮੋਗੇ ਚਲੀਏ। I wanted to ask you ਕਿ ਮੋਗਾ ਹੀ ਤੁਸੀਂ ਕਿਉਂ ਚੁਣਿਆ? ਮੋਗਾ ਚੂਜ਼ ਕਰਨ ਦਾ ਰੀਜ਼ਨ ਇਹ ਸੀਗਾ ਬਿਕਾਜ਼ it's a center of Punjab, so it is well connected with Amritsar, Batinda, Firozpur, Ludhiana, and Malwa ਦਾ hub ਹੈ, plus we have a new international airport at Hilwara which is 30 minutes from Moga, and ਬਾਕੀ ਜੋ ਰੱਬ ਨੇ ਡਿਸਾਈਡ ਕੀਤਾ ਹੋਇਆ ਸੀ ਜਿੱਥੇ ਅਸੀਂ ਬੈਠ ਕੇ ਕੰਮ ਕਰਨਾ ਸੀਗਾ,
few things are predestined. So जिस तरह काम करते गए लोग जुड़ते चले गए, वो एक कारवां बन गया, वो एक आवाज़ आ गई डॉक्टर साहब इत्थे बनाओ बड़ा सेंटर, मेक द मोगा एज वन ऑफ द बिगेस्ट सेंटर्स ऑफ पंजाब, तो बन गया। दैट्स ग्रेट एंड वी विश कि ये बहुत जल्दी पूरे वर्ल्ड ਦਾ ਇੱਕ ਬਹੁਤ ਵੱਡਾ ਸੈਂਟਰ ਬਣੇ। that's amazing। ਅੱਛਾ ਡਾਕਟਰ, ਜੇ ਆਪਾਂ ਗੱਲ ਕਰੀਏ ਹੁਣ ਸਾਨੂੰ ਪਤਾ ਤਾਂ ਲੱਗ ਗਿਆ ਕਿ ਇਹ ਜਿਹੜੀ ਸਰਜਰੀਜ਼ ਹੈ, ਜਿਹੜੇ ਟ੍ਰੀਟਮੈਂਟ ਹੈ, ਇਹ ਓਵਰਵੇਟ ਲੋਕਾਂ ਲਈ ਜਾਂ ਜਿਹੜੇ ਇਸ ਤਕਲੀਫ ਤੋਂ ਪਰੇਸ਼ਾਨ ਨੇ ਉਹਨਾਂ ਲਈ ਇੱਕ ਵਰਦਾਨ ਹੈ। ਹਾਂਜੀ। ਬਟ why should we choose Dr. Amit Sood for this? Okay, so ये सवाल मेरे लिए भी मुश्किल है जवाब देना कि वाई डॉक्टर अमित सूद। आई टू बी ऑनेस्ट, जिस तरह असी किया कि भाई 2 मिनट च वेट लॉस नहीं हो सकता, सो आई डोंट थिंक सो कि इमीजिएटली वन शुड चूज डॉक्टर अमित सूद और फॉर दैट मैटर एनी डॉक्टर। आई थिंक जो अपना मन करे यू शुड लुक अबाउट योर डॉक्टर, ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਉਹਦੀ ਸਕਸੈਸ ਸਟੋਰੀਜ਼ ਪਤਾ ਹੋਣੀ ਚਾਹੀਦੀ ਹੈ, ਉਹਦਾ ਸਫ਼ਰ ਪਤਾ ਹੋਣਾ ਚਾਹੀਦਾ ਹੈ, ਉਹਦਾ ਪੈਸ਼ਨ ਪਤਾ ਹੋਣਾ ਚਾਹੀਦਾ, ਉਹਦੀ ਟੀਮ ਪਤਾ ਹੋਣੀ ਚਾਹੀਦੀ ਹੈ। ਸੋ ਇਹ ਸਭ ਚੀਜ਼ਾਂ ਐਕਚੁਅਲੀ ਡਿਸਾਈਡ ਕਰਦੀਆਂ, ਇੱਕ ਹੈਲਪ ਕਰਦੀਆਂ ਡਿਸੀਜਨ ਲੈਣ 'ਚ ਕਿ ਬਈ ਯੈਸ ਵਾਈ ਦਿਸ ਡਾਕਟਰ। ਸੋ ਮੇਰੇ ਇਸ ਮੈਸੇਜ ਨਾਲ ਇਹ ਹੈ ਕਿ ਜਿਨ੍ਹਾਂ ਨੂੰ ਵੇਟ ਲਾਸ ਦੀ ਜਾਂ ਵੇਟ ਦੇ ਨਾਲ ਬਿਮਾਰੀਆਂ ਹੈ ਐਂਡ ਇਫ ਦੇ ਥਿੰਕ ਅਬਾਊਟ ਗੈਟਿੰਗ ਇਟ ਕਿਉਰਡ ਸਾਇੰਟੀਫਿਕਲੀ, they can choose any doctor, but yes, if they find all those things कि जेड़ा उन्होंने एक holistic touch मेरे तो या मेरी टीम तो मिले, so we are always there to help, to welcome them। Plus yes, it's my experience, my journey। जी मैं कहाँ कि you know मैंने पंजाब आए almost now it's 5 to 6 years and कुछ doctors है already here, those who are already doing it, चंगा काम हो रहा है। but मेरा सफ़र ਜਿਸ ਤਰ੍ਹਾਂ ਕਹਿੰਦੇ ਨਾ ਬੱਚੇ ਦਾ ਇੱਕ ਜਦੋਂ ਅੰਬਲੀਕਲ ਕਾਰਡ ਮਾਂ ਨਾਲ ਜੁੜਿਆ ਹੁੰਦਾ ਬਰਥ ਤੋਂ, ਸੋ ਆਈ ਹੈਵ ਟ੍ਰੇਨਡ ਮਾਈ ਸੈਲਫ ਫਰੋਮ ਦ ਬਿਗਨਿੰਗ ਆਫ ਮਾਈ ਕਰੀਅਰ ਵਿਦ ਥੀਸ ਪ੍ਰੋਸੀਜਰਸ ਓਨਲੀ। ਸੋ ਮੈਂ ਹੋਰ ਕੁਝ ਨਹੀਂ ਕਰਦਾ, ਆਈ ਐਮ ਜਸਟ ਟ੍ਰੇਨ ਟੂ ਡੂ ਦਿਸ ਡੇ ਇਨ ਡੇ ਆਊਟ। ਸੋ ਜਦੋਂ ਕੋਈ ਚੀਜ਼ ਇੱਕ ਕਾਰੀਗਰ ਇੱਕੋ ਹੀ ਕੰਮ ਕਰ ਰਿਹਾ ਹੈ ਫਰੋਮ ਲਾਸਟ 15-17 ਈਅਰਸ ਆਫ ਲਾਈਫ, ਜਦੋਂ ਦਾ ਕੰਮ ਕਰਨਾ ਸ਼ੁਰੂ ਕੀਤਾ ਹੈ, ਸੋ ਥੋੜ੍ਹੀ ਜਿਹੀ ਐਕਸਪਰਟੀਜ਼, ਥੋੜ੍ਹੀ ਜਿਹੀ ਪ੍ਰੋਬਲਮੈਟਿਕ ਸਿਚੁਏਸ਼ਨਸ ਨੂੰ ਹੈਂਡਲ ਕਰਨਾ, ਇੱਕ ਅਪਰੋਚ ਡੈਫੀਨੇਟਲੀ ਚੇਂਜ ਹੋ ਜਾਂਦੀ ਹੈ। ਸੋ ਆਈ ਥਿੰਕ ਬਾਕੀ ਇਟਸ ਅ ਫੇਥ। ਲੋਕੀ ਮੈਨੂੰ ਕਹਿੰਦੇ ਡਾਕਟਰ ਸਾਹਿਬ ਅਸੀਂ ਆਏ ਹਾਂ ਤੁਹਾਡੇ ਕੋਲੇ ਬਿਕੋਜ਼ ਡਾਕਟਰਸ ਆਰ ਰੱਬ ਦਾ ਦੂਜਾ ਰੂਪ, ਬਟ ਆਈ ਸਮਹਾਉ ਵੇਰੀ ਔਨ ਦਿਸ। ਫॉर मी ਪੇਸ਼ੈਂਟਸ ਆਰ ਮਾਈ ਰੱਬ because they come, they give me their life and they give me money to do it। True। So I have a different ideology। so ਜਿੱਥੇ ਪੇਸ਼ੈਂਟ ਨੂੰ ਮੇਰੇ 'ਚ ਰੱਬ ਦਿਖ ਜੇ ਜੋ ਵੀ ਹੈ ਤੇ ਮੈਨੂੰ ਪੇਸ਼ੈਂਟ 'ਚ ਰੱਬ ਦਿਖ ਜੇ, ਜਦੋਂ ਦੋਨਾਂ ਨੂੰ ਇੱਕ ਦੂਜੇ ਦਿਖ ਜੇ, ਆਈ ਥਿੰਕ ਵੀ ਚੂਜ਼ ਈਚ ਅਦਰ। ਦੈਟਸ ਹਾਊ ਪੇਸ਼ੈਂਟਸ ਚੂਜ਼ ਮੀ ਐਂਡ ਆਈ ਚੂਜ਼ them। ਸੋ ਕਈ ਵਾਰ ਜਿਹੜਾ ਤੁਹਾਡੇ ਕੋਲ ਕੇਸ ਆਉਂਦਾ ਹੈ ਨਾ, ਉਹ ਥੋੜਾ ਜਿਹਾ ਕੰਪਲਿਕੇਟਡ ਵੀ ਹੋ ਸਕਦਾ ਹੈ, ਉਹ ਥੋੜਾ ਜਿਹਾ ਸੀਰੀਅਸ ਵੀ ਹੋ ਸਕਦਾ ਹੈ। ਸੋ ਹਾਊ ਡੂ ਯੂ ਟਰੀਟ ਦੈਟ? ਮਤਲਬ ਕਈ ਲੋਕੀ ਇਸ ਤਰ੍ਹਾਂ ਸੋਚਦੇ ਹੈ ਕਿ ਯਾਰ ਸਾਡਾ ਅੱਜ ਤੱਕ ਇਲਾਜ ਨਹੀਂ ਹੋ ਪਾਇਆ, ਫਿਰ ਆਪਾਂ ਇਹਨਾਂ ਕੋਲ ਚੱਲਦੇ ਹਾਂ, ਹੈ ਨਾ? ਸੋ ਉਸ ਬਾਰੇ ਕੀ ਹਿਸਟਰੀ ਰਹੀ ਹੈ? ਸੋ ਮੇਰੇ ਕੋਲ ਕਈ ਵਾਰ ਆਉਂਦੇ ਹੈ ਕੰਪਲਿਕੇਟਡ ਕੇਸਿਸ ਜਿਹੜੇ ਇਗਨੋਰਡ ਹੁੰਦੇ ਹੈ। ਇਗਨੋਰਡ ਮੀਨਸ ਕਿ ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਕਿਸੇ ਨੇ ਗਾਈਡ ਕੀਤਾ ਕਿ ਵੇਟ ਘਟਾਓ ਡਾਕਟਰਸ ਨੇ, ਬਟ ਦੇ have not been very serious about it। ਜਾਂ ਕਿਸੇ ਨੇ ਡਰਾਤਾ, ਫੈਮਿਲੀ ਨੇ ਸਪੋਰਟ ਨਹੀਂ ਕੀਤੀ, ਕੁਝ ਫਾਈਨੈਂਸ਼ੀਅਲ ਨਹੀਂ ਹੋਇਆ। ਸੋ ਜਦੋਂ ਉਹ ਆਉਂਦੇ ਹੈ ਕਿ ਜਦੋਂ ਇੱਕ ਮਤਲਬ ਪਾਣੀ ਨਿਕਲ ਗਿਆ ਉੱਪਰੋਂ, ਸੋ ਦੈਨ ਦੇ ਕਮ। ਓਬਵੀਅਸਲੀ ਫॉर ਮੀ ਆਲਸੋ ਇਟਸ ਅ ਚੈਲੰਜ ਕਿ ਵੀ ਇਹੋ ਜਿਹੇ ਪੇਸ਼ੈਂਟ ਨੂੰ ਹੱਥ ਲਗਾਉਣਾ ਜਿਹੜਾ ਆਲਰੇਡੀ ਹਾਈ ਰਿਸਕ ਹੈ, ਰਾਈਟ? ਪਰ ਫਿਰ ਉਹਦੇ 'ਚ ਇਹ ਹੁੰਦਾ ਮਾਈ ਮੋਟੀਵੇਸ਼ਨ ਇਹ ਹੈ ਕਿ ਵੀ ਜੀ ਮੈਂ ਨਹੀਂ ਕਰੂੰਗਾ ਤਾਂ ਹੋਰ ਕੌਣ ਕਰੇਗਾ? ਤੇ ਜੇ ਪੇਸ਼ੈਂਟ ਮੇਰੇ ਕੋਲੇ ਆ ਹੀ ਗਿਆ ਹੈ ਤਾਂ ਲੈਟ ਮੀ ਟੇਕ ਦੈਟ ਰਿਸਕ, ਕੈਲਕੂਲੇਟਿਡ ਰਿਸਕ, ਨਾਟ ਟੂ ਰਿਸਕ। ਸੋ ਜਿਹਦੇ 'ਚ ਮੇਰੀ ਜਿਹੜੀ ਐਕਸਪਰਟੀਜ਼ ਹੈ, ਜਿਹੜੀ 15-20 ਸਾਲਾਂ ਦਾ ਮੇਰਾ ਤਜਰਬਾ ਹੈ, ਕਿਉਂ ਨਾ ਮੈਂ ਉਸ ਤਜਰਬੇ ਨੂੰ ਆਪਣੀ ਪੇਸ਼ੈਂਟ ਕੇਅਰ 'ਚ ਪਾਵਾਂ। ਸੋ ਆਈ ਥਿੰਕ ਉਹ ਮੇਰੇ ਲਈ ਵੀ ਇੱਕ ਚੈਲੰਜ ਰਹਿੰਦਾ ਹੈ, ਬਟ ਟੂ ਬੀ ਓਨੈਸਟ ਆਈ ਇੰਜੋਇਡ ਦੈਟ ਚੈਲੰਜ ਕਿਉਂਕਿ ਲੱਗਦਾ ਹੈ ਕਿ ਯੈਸ ਯਾਰ, ਜੇ ਮੈਂ ਇੰਨਾ ਕੰਮ ਕਰਨ ਤੋਂ ਬਾਅਦ ਇੱਕ ਇਹੋ ਜਿਹੀ ਜ਼ਿੰਦਗੀ ਨਹੀਂ ਠੀਕ ਕਰ ਪਾਇਆ ਜਿਹਨੂੰ ਐਕਚੁਅਲੀ ਮੇਰੀ ਹੀ ਲੋੜ ਸੀ, ਤੇ ਫਿਰ ਮੇਰਾ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ। ਵਾਓ। ਇੱਕ ਡਾਕਟਰ ਦੀ ਮੈਨੂੰ ਲੱਗਦਾ ਇਹ ਸੋਚ ਹੋਣੀ ਬਹੁਤ ਜ਼ਰੂਰੀ ਹੈ। This is my motivation. This is my motivation to work so much. This is my motivation to come here and do this health show with you. You stay connected with your patients? Yes, throughout our life. So this is एक बड़ा अलग सवाल है। मैं पर्सनल लेवल ਤੇ ਇਹ ਚੀਜ਼ ਪੁੱਛ ਰਹੀ ਹਾਂ। ਸਾਡੇ ਪੇਸ਼ੈਂਟ ਸਾਡੇ ਕੋਲੇ ਆਉਂਦੇ ਕਹਿੰਦੇ ਡਾਕਟਰ ਸਾਹਿਬ ਸਾਡਾ ਫਾਲੋ ਅਪ ਕੀ ਹੋਏਗਾ? ਮੈਂ ਕਿਹਾ ਰੈਸਟ ਆਫ ਦਾ ਲਾਈਫ। ਕਹਿੰਦੇ ਇਹਦਾ ਕੀ ਮਤਲਬ ਹੈ? ਮੈਂ ਕਿਹਾ ਇੱਕ ਵਿਆਹ ਤੁਹਾਡਾ ਘਰ ਹੋਇਆ ਇੱਕ ਸਾਡੇ ਨਾਲ ਹੋ ਜਾਣਾ ਹੈ ਤੇ ਆਪਾਂ ਜੁੜੇ ਰਹਿਣਾ ਹੈ, ਕਿਉਂਕਿ ਜਿਵੇਂ ਤੁਹਾਡਾ ਵੇਟ ਘਟੇਗਾ ਬਿਮਾਰੀਆਂ ਠੀਕ ਹੋਣਗੀਆਂ। ਸੋ ਵੀ ਹੈਵ ਅ ਵੈਰੀ ਬਿਗ ਟੀਮ ਫॉर ਫਾਲੋ ਅਪ।
ਵਾਓ ਫੋਲੋ ਅਪ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਤੁਹਾਡਾ ਇੱਕ ਵਾਰ ਵੇਟ ਘਟ ਜੇ, ਬਿਮਾਰੀਆਂ ਠੀਕ ਹੋ ਜਾਣ, ਇਹ ਨਾ ਹੋਏ ਕਿ ਵੀ ਠੀਕ ਹੈ ਡਾਕਟਰ ਨੇ ਉਸ ਤੋਂ ਬਾਅਦ ਕੋਈ ਪੁੱਛਿਆ ਹੀ ਨਹੀਂ ਹੈ। ਵੀ ਵਾਂਟ ਟੂ ਬੀ ਕਨੈਕਟਡ, ਸੋ ਦੇ ਬਿਕਮ ਆਰ ਫੈਮਲੀਜ਼, ਵੀ ਬਿਕਮ देयर ਫੈਮਲੀਜ਼। ਸੋ ਇਟਸ ਅ ਲਾਈਫ ਲੌਂਗ ਸਫਰ ਵਿਦ them, ਜਿਹੜਾ ਆਪਣੇ ਆਪ ਚ ਉਹਨਾਂ ਦੇ ਘਰੇ ਕੋਈ ਵਿਆਹ ਹੈ, ਕੋਈ ਫੰਕਸ਼ਨ ਹੈ, ਕੋਈ ਓਕੇਜ਼ਨ ਹੈ, ਦੇ ਕਮ ਟੂ ਅਸ, ਦੇ ਸੈਲੀਬ੍ਰੇਟ ਵਿਦ ਅਸ। ਸੋ ਉਹੀ ਖੁਸ਼ੀ ਮਿਲਦੀ ਹੈ ਸਟ੍ਰੈਸਫੁਲ ਡੇ ਚ। ਤੁਸੀਂ ਜਿਹੜਾ ਦਿਨ ਸਟ੍ਰੈਸਫੁਲ ਹੈ, ਇੱਕ ਪੇਸ਼ੈਂਟ ਤੁਹਾਡੇ ਕੋਲੇ 2 ਮਿਠਾਈ ਦੇ ਡੱਬੇ, ਮਿਠਾਈ ਇਜ਼ ਜਸਟ ਅ ਫਾਰਮ ਟੂ ਐਕਸਪ੍ਰੈਸ ਦਾ ਲਵ, ਕਿ ਵੀ ਡਾਕਟਰ ਸਾਹਿਬ ਮੈਂ ਇੰਨੀ ਠੀਕ ਹੋ ਗਈ, ਅੱਜ ਮੈਂ ਇਹ ਕੰਮ ਕਰ ਪਾਈ, ਮੈਨੂੰ ਇਹ ਆਨਰ ਮਿਲਿਆ, ਮੈਨੂੰ ਇਹ ਅਵਾਰਡ ਮਿਲਿਆ, ਮੇਰੀ ਬਿਮਾਰੀ ਠੀਕ ਹੋ ਗਈ, ਮੈਂ ਬੰਜੀ ਜੰਪ ਕਰ ਲਿਆ, ਮੈਂ ਗੱਡੀ ਚਲਾ ਲਈ। ਸੋ ਦੈਟ ਇਜ਼ ਅ ਹੈਪੀਨੈਸ ਵੀ ਗੈਟ ਐਟ ਦ ਐਂਡ ਆਫ ਦ ਡੇ ਇਨ ਦਿਸ ਵਰਕ। ਅੱਛਾ ਡਾਕਟਰ ਸਾਹਿਬ, ਅੱਜ ਦੀ ਡੇਟ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਪਣੇ ਖਾਣੇ ਨਾਲ ਕੰਪਰੋਮਾਈਜ਼ ਕਰਕੇ ਖੁਸ਼ ਹੈ। ਜੇ ਖਾਣੇ ਨਾਲ ਕੰਪਰੋਮਾਈਜ਼ ਹੋ ਗਿਆ ਫਿਰ ਤਾਂ ਤੁਸੀਂ ਇੱਕ ਅੱਛੇ ਲਾਈਫ ਸਟਾਈਲ ਚ ਆ ਹੀ ਗਏ, ਹੈ ਨਾ? ਸੋ ਖਾਣੇ ਨਾਲ ਕੰਪਰੋਮਾਈਜ਼ ਇੱਕ ਬਹੁਤ ਵੱਡਾ ਕੁਐਸਚਨ ਹੈ ਸਬਜਾ। ਤੇ ਜੇ ਇਸ ਟ੍ਰੀਟਮੈਂਟ ਤੋਂ ਬਾਅਦ ਕੀ ਖਾਣੇ ਦਾ ਪੈਟਰਨ ਬਿਲਕੁਲ ਬਦਲ ਜਾਂਦਾ ਹੈ ਆਫਟਰ ਕੇਅਰ ਵਿੱਚ, ਜਾਂ ਯੂ ਕੈਨ ਹੈਵ ਆਲ ਦ ਸਟਫ ਦੈਟ ਯੂ ਵਾਂਟ ਟੂ ਹੈਵ? ਓਕੇ, ਸੋ ਜਿਹੜੇ ਲੋਕ ਫੂਡੀ ਹੁੰਦੇ ਆ, ਸਭ ਤੋਂ ਪਹਿਲਾਂ ਇਹ ਸਪੈਸ਼ਲੀ ਫੂਡੀਜ਼ ਲਈ ਮੇਰਾ ਸਵਾਲ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਜਿਵੇਂ ਕਈ ਲੇਡੀ ਸਾਡੇ ਕੋਲੇ ਆਉਂਦੀ ਹੈ, ਡਾਕਟਰ ਸਾਹਿਬ ਮੇਰੀ ਨਾ 8 ਕਿੱਟੀ ਪਾਰਟੀਜ਼ ਹੈ, ਸੋ ਆਈ ਐਮ ਵੈਰੀ ਪਾਰਟਿਕੂਲਰ, ਇਹ ਨਾ ਹੋਏ ਕਿ ਕੱਲ ਨੂੰ ਤੁਸੀਂ ਕਹੋ ਆ ਨਹੀਂ ਖਾਣਾ, ਉਹ ਨਹੀਂ ਖਾਣਾ ਜੀ। ਕਈ ਲੇਡੀਜ਼ ਪੁੱਛਦੀਆਂ ਕਿ ਡਾਕਟਰ ਸਾਹਿਬ ਅਸੀਂ ਵਿਆਹ ਬਹੁਤ ਅਟੈਂਡ ਕਰਦੇ ਹਾਂ, ਓਕੇ, ਸੋ ਮੈਂ ਸਾਰੇ ਸਟਾਲਸ ਘੁੰਮਣੇ ਹੁੰਦੇ ਆ। ਇਹ ਮੇਰੇ ਵਰਡਸ ਨਹੀਂ ਹੈ, ਮੈਂ ਵੀ ਸਿੱਖਿਆ ਸਾਰਿਆਂ ਤੋਂ ਗੱਲਾਂ ਕਰ ਕਰਕੇ। ਓ ਮਾਈ ਗॉड। ਸੋ these treatment, these surgeries, ਇਹ ਬੇਸਿਕਲੀ ਮੈਟਾਬੋਲਿਜ਼ਮ ਨੂੰ ਐਨਹਾਂਸ ਕਰਦੀ ਹੈ। ਕਈ ਲੋਕ ਬਹੁਤ ਖਾ ਕੇ ਪਤਲੇ ਨੇ, ਕਈ ਥੋੜਾ ਖਾ ਕੇ weight ਵੱਧ ਗਿਆ ਜੀ। ਸੋ ਜੇ ਅਸੀਂ ਮੈਟਾਬੋਲਿਜ਼ਮ ਨੂੰ ਐਨਹਾਂਸ ਕਰ ਲਈਏ ਵਿਦ ਦ ਹੈਲਪ ਆਫ ਅ ਸਾਇੰਸ, ਤੇ ਡੈਫੀਨੇਟਲੀ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਖਾਓ, ਤੁਸੀਂ ਪਤਲੇ ਹੀ ਰਹਿੰਦੇ ਹੋ। Oh, that answers a lot of questions. Yeah. Wow. ਅੱਛਾ, ਸੋ ਹੁਣ ਤੁਹਾਨੂੰ ਕੰਟੈਕਟ ਕਿਵੇਂ ਕਰੀਏ? ਤੁਹਾਡੇ ਵੱਲ ਪਹੁੰਚਿਆ ਕਿਵੇਂ ਜਾਵੇ? ਮੈਨੂੰ ਪਹੁੰਚਣ ਦੇ ਲਈ there is a website www.dramitsood.com। ਇਸ ਵੈਬਸਾਈਟ ਤੇ ਸਾਡੇ ਬਹੁਤ ਇਨਫੋਰਮੇਸ਼ਨ ਹੈ। ਵੀ ਹੈਵ ਆਰ ਸੋਸ਼ਲ ਮੀਡੀਆ ਪ੍ਰੈਜ਼ੈਂਸ ਇਨ ਟਰਮਸ ਆਫ ਫੇਸਬੁੱਕ, ਇੰਸਟਾਗ੍ਰਾਮ ਐਂਡ ਅਦਰ ਸੋਸ਼ਲ ਪਲੇਟਫਾਰਮਸ। ਪਲੱਸ ਹੈਲਪਲਾਈਨ ਨੰਬਰ ਇੱਕ ਮੈਂ ਸ਼ੇਅਰ ਕਰ ਸਕਦਾ ਹੈ, 7341101891, 7341101891। So this number is being taken care by my team, and though we have international helplines also, ਜਿਹੜੇ ਅਮਰੀਕਾ ਤੇ ਕੈਨੇਡਾ ਚ ਸਾਡੇ ਪੇਸ਼ੈਂਟ ਸਾਡੇ ਨਾਲ ਜੁੜਦੇ ਹੈ, but for our country, for our state, this number 7341101891, ਤੁਸੀਂ ਇਸ ਨੰਬਰ ਤੇ WhatsApp ਜਾਂ ਕਾਲ ਕਰਕੇ just drop us a message। ਮੇਰੀ ਕੋਸ਼ਿਸ਼ ਰਹੇਗੀ ਕਿ I answer you in a day, less than 12 hours, but sometimes if I'm in a treatment, if I'm with a patient, so ਜੇ ਥੋੜਾ ਜਿਹਾ ਮਿਸ ਹੋ ਜਾਏ ਤੇ ਗੁਸਾਕੀ ਮਾਫ, but I'll definitely get back to anyone who contacts me. ਸੋ ਸਰ, ਆਪਾਂ ਟ੍ਰੀਟਮੈਂਟਸ ਦੀ ਗੱਲ ਕੀਤੀ, ਆਪਾਂ ਹੁਣ ਕਈ ਮਹੀਨੇ ਆਪਾਂ ਫਰੋਲ ਲਏ ਨੇ ਇਸ ਟੌਪਿਕ ਤੋਂ ਆਸ-ਪਾਸ। ਕੀ ਤੁਹਾਡਾ ਮੈਸੇਜ ਰਹੇਗਾ ਅੱਜ ਕੱਲ੍ਹ ਦੇ ਲੋਕਾਂ ਨੂੰ ਜੋ 24 ਘੰਟੇ ਬਸ ਮੋਟਾਪਾ ਘਟਾਉਣ ਦੇ ਪਿੱਛੇ ਹੀ ਚੱਲ ਰਹੇ ਨੇ? ਆਈ ਥਿੰਕ ਇੱਕ ਪੋਜ਼ਿਟਿਵ ਮਾਈਂਡਸੈਟ ਨਾਲ ਇੱਕ ਕਦਮ ਸਾਡੇ ਕੋਲੇ ਵਧਾਓ, ਅਗਲਾ ਕਦਮ ਸਾਡਾ ਤੁਹਾਡੇ ਨਾਲ ਵਧੇਗਾ, ਤੇ ਦੋਨੋਂ ਕਦਮ ਜਦੋਂ ਇਕੱਠੇ ਹੋ ਗਏ ਤੇ ਅਸੀਂ ਤੁਹਾਨੂੰ ਮੋਟਾਪੇ ਤੋਂ ਤੇ ਬਿਮਾਰੀਆਂ ਤੋਂ ਮੁਕਤੀ ਦੇਵਾਂਗੇ, ਤੇ we'll give you a good, healthy and good quality of life. True, और जान है ਤਾਂ ਹੀ ਜਹਾਨ ਹੈ। ਸੋ ਜਦ ਤੁਸੀਂ ਫਿਟ ਰਹੋਗੇ ਤਾਂ ਹੀ ਤੁਹਾਡੇ ਆਸ-ਪਾਸ ਦਾ ਇਨਵਾਇਰਨਮੈਂਟ ਵੀ ਵਧੀਆ ਔਰ ਪੋਜ਼ਿਟਿਵ ਹੀ ਰਹੇਗਾ। ਸੋ ਜ਼ਰੂਰ ਇਸ ਚੀਜ਼ ਨੂੰ ਫੋਲੋ ਕਰੋ। ਐਂਡ ਇਹ ਸੀਗਾ ਜੀ ਹੈਲਥ ਟਾਕ ਵਿਦ ਡਾਕਟਰ ਅਮਿਤ ਸੂਦ। ਇਹਨਾਂ ਨੂੰ ਕੰਟੈਕਟ ਕਰਨ ਲਈ ਨੀਚੇ ਫਲੈਸ਼ ਹੋ ਰਹੇ ਨੰਬਰਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਐਂਡ ਆਪਣੀ weight loss ਟ੍ਰੀਟਮੈਂਟਸ ਨਾਲ ਜੁੜੀ ਹੋਈ ਹਰ ਸਮੱਸਿਆ ਨੂੰ ਹੱਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।